पाला वाहिगुरु परम किरपाला। श्री गुरु गोबिंद सिंह बिसाला। धरों धरा कर पुन पुन सीसा वाहिगुरु पुन पुन सीसा। बंदो बार बार जगदीशा। जा मह अमृत ज्ञान है माणिक भगत वैराग। श्री गुरु ग्रंथ साहिब उदत बंदो कर अनुराग। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। इम विचार मैं पुन समझायो। गुर करतार रूप हवै आयो। वाहिगुरु जी का खालसा वाहिगुरु जी की फतेह। परम सत्कारयोग गुरु रूप गुरु प्यारी गुरु की साजी निवाजी खालसा साध संगत जी ਵੱਡਿਆਂ ਭਾਗਾਂ ਵਾਲੇ ਹੋ ਜੋ ਸ਼ਾਮ ਤੋਂ ਲੈ ਕੇ ਹੁਣ ਰਾਤਰੀ ਤੱਕ ਸੱਜੇ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਕੀਮਤੀ ਸਮੇਂ ਨੂੰ ਸਫਲ ਕਰਨ ਦਾ ਇੱਕ ਸਫਲ ਯਤਨ ਕਰ ਰਹੇ ਹੋ। ਸ਼ਾਮ ਤੋਂ ਲੈ ਕੇ ਹੁਣ ਤੱਕ ਸੱਜੇ ਇਹਨਾਂ ਦੀਵਾਨਾਂ ਦੇ ਇਸ ਪੜਾਅ ਦੇ ਅੰਦਰ ਜਿਸ ਅੰਦਰ ਸਾਨੂੰ ਰੋਜ਼ਾਨਾ ਸਤਿਗੁਰ ਜੀ ਗੁਰ ਇਤਿਹਾਸ ਦੀ ਦਾਤ ਬਖਸ਼ਿਸ਼ ਕਰਦੇ ਹਨ। ਸੋ ਆਓ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਤਹਿਤ ਕਿ ਕਿਲਾ ਲੋਹਗੜ੍ਹ ਦੇ ਅੰਦਰ ਘਮਸਾਣ ਦਾ ਯੁੱਧ ਬਾਹਰ ਫੌਜਾਂ ਨੇ ਘੇਰਾ ਪਾਇਆ ਹੈ, ਪਹਾੜੀ ਰਾਜਿਆਂ ਦੀਆਂ ਫੌਜਾਂ ਨੇ, ਅਤੇ ਉਹਨਾਂ ਨੇ ਇੱਕ ਵਿਉਂਤ ਘੜੀ ਹੈ ਕਿ ਸ਼ਰਾਬੀ ਹਾਥੀ ਨੂੰ 7 ਪੀਪੇ ਸ਼ਰਾਬ ਦੇ, ਕਈ ਸਰੋਤਾਂ ਵਿੱਚ ਲਿਖਿਆ ਮਿਲਦਾ ਹੈ 7 ਪੀਪੇ ਥੋੜੇ ਨਹੀਂ ਹੁੰਦੇ, ਕਿ ਹਾਥੀ ਨੂੰ ਇੰਨਾ ਮਸਤਾ ਦਈਏ ਕਿ ਜਦੋਂ ਸ਼ਰਾਬੀ ਹਾਥੀ ਜਦੋਂ ਜ਼ੋਰ ਮਾਰਦਾ ਹੈ ਤੇ ਉਸ ਦਾ ਮੁਕਾਬਲਾ ਕਰਨਾ ਸੱਚਮੁੱਚ ਆਮ ਇਨਸਾਨ ਵਾਸਤੇ ਸੋਚ ਤੋਂ ਪਰੇ ਦੀ ਗੱਲ ਹੈ। ਤੇ ਉੱਪਰੋਂ ਉਹਦੇ ਮੱਥੇ ਦੇ ਉੱਤੇ ਤਵੀਆਂ ਬੰਨੀਆਂ ਹਨ ਲੋਹੇ ਦੀਆਂ, ਤਾਂ ਕਿ ਇਹਦੇ ਉੱਪਰ ਕੋਈ ਵਾਰ ਨਾ ਕੀਤਾ ਜਾ ਸਕੇ। ਉਹ ਉਹਨਾਂ ਨੇ ਉਧਰੋਂ ਛੱਡਿਆ ਹੈ ਤੇ ਇੱਧਰ ਸਤਿਗੁਰਾਂ ਨੂੰ ਉਹਦੀ ਸੂਚਨਾ ਮਿਲੀ ਹੈ ਤੇ ਦੁਨੀ ਚੰਦ ਨੂੰ ਸਤਿਗੁਰਾਂ ਨੇ ਇਹ ਹੁਕਮ ਕੀਤਾ ਹੈ ਕਿ ਜੇ ਉਧਰੋਂ ਪਹਾੜੀਆਂ ਦਾ ਹਾਥੀ ਚੜ੍ਹ ਕੇ ਆ ਰਿਹਾ ਹੈ ਤੇ ਇਧਰੋਂ ਸਾਡਾ ਹਾਥੀ ਦੁਨੀ ਚੰਦ ਹਾਥੀ ਨਾਲ ਹਾਥੀ ਲੜੇਗਾ। ਪਰ ਦੁਨੀ ਚੰਦ ਨੂੰ ਵਿਚਾਰੇ ਨੂੰ ਹੱਥਾਂ ਪੈਰਾਂ ਦੀ ਫਿਕਰ ਪਈ ਹੈ। ਕਿਉਂਕਿ ਉਸ ਦਾ ਸਿਰਫ ਸਰੀਰ ਹੀ ਭਾਰਾ ਹੈ, ਗੁਰੂ ਉੱਤੇ ਉਹਦਾ ਕੋਈ ਨਿਸ਼ਚਾ ਨਹੀਂ, ਗੁਰੂ ਉੱਪਰ ਉਹਦੀ ਕੋਈ ਸ਼ਰਧਾ ਨਹੀਂ, ਗੁਰੂ ਦੀ ਕਰਨੀ ਉੱਤੇ ਉਹਨੂੰ ਸ਼ੱਕ ਹੈ। ਉਹ ਗੁਰੂ ਸਾਹਿਬ ਨੂੰ ਇੱਕ ਆਮ ਇਨਸਾਨ ਕਰਕੇ ਜਾਣਦਾ ਹੈ। ਪਹਿਲਾਂ ਉਸ ਨੂੰ ਬਾਬਾ ਉਦੇ ਸਿੰਘ ਨੇ ਬਹੁਤ ਸਮਝਾਇਆ ਅਤੇ ਫਿਰ ਉਸਨੇ ਬਾਬਾ ਗੁਰਬਖਸ਼ ਸਿੰਘ, ਭਾਈ ਗੁਰਬਖਸ਼ ਸਿੰਘ, ਜੋ ਕਿ ਬਾਬਾ ਬੁੱਢਾ ਜੀ ਦੀ 5ਵੀਂ ਪੀੜ੍ਹੀ ਵਿੱਚੋਂ ਹਨ, ਉਹਨਾਂ ਨੂੰ ਆਪਣੇ ਨਾਲ ਭੱਜਣ ਵਾਸਤੇ ਪ੍ਰੇਰਿਤ ਕਰ ਰਿਹਾ ਹੈ। ਤੇ ਉਹਨਾਂ ਨੇ ਉਸ ਦੀ ਇੱਕ ਵੀ ਨਹੀਂ ਮੰਨੀ ਤੇ ਉਹਨਾਂ ਨੇ ਕਿਹਾ ਇਮ ਵਿਚਾਰ ਮੈਂ ਪੁਨ ਸਮਝਾਇਓ ਗੁਰ ਕਰਤਾਰ ਰੂਪ ਹੋਵੈ ਆਇਓ। ਕਹਿੰਦੇ ਉਹਦੀ ਇਹ ਵਿਚਾਰ ਸੁਣ ਕੇ ਮੈਂ ਉਹਨੂੰ ਇੱਕ ਵਾਰੀ ਆਪਣਾ ਫਰਜ਼ ਸਮਝਦਿਆਂ ਫੇਰ ਸਮਝਾਉਣਾ ਕੀਤਾ। ਕਿਉਂਕਿ ਦੁਨੀ ਚੰਦ ਵੀ ਬੜੀ ਉੱਚੀ ਕੁਲ ਵਿੱਚੋਂ ਹੈ। ਕੱਲ ਰਾਤਰੀ ਦੇ ਦੀਵਾਨਾਂ ਵਿੱਚ ਵੀ ਦੱਸਿਆ ਸੀ ਕਿ ਇਹ ਭਾਈ ਸਾਨੋ ਜੀ ਦੀ ਕੁਲ ਦੇ ਵਿੱਚੋਂ ਹੈ।
ਤੇ ਭਾਈ ਗੁਰਬਖਸ਼ ਸਿੰਘ ਨੇ ਆਪਣਾ ਫਰਜ਼ ਜਾਣਦਿਆਂ ਕਿ ਕਿਤੇ ਗੁਰੂ ਘਰ ਨਾਲੋਂ ਟੁੱਟ ਨਾ ਜਾਵੇ, ਕਿਤੇ ਗੁਰੂ ਨੂੰ ਪਿੱਠ ਨਾ ਦਿਖਾ ਦੇਵੇ, ਕਹਿੰਦੇ ਮੈਂ ਇੱਕ ਵਾਰੀ ਉਹਨੂੰ ਫਿਰ ਸਮਝਾਉਣਾ ਕੀਤਾ ਕਿ ਗੁਰ ਕਰਤਾਰ ਰੂਪ ਹੋਵੈ ਆਇਓ, ਕਿ ਤੂੰ ਗੁਰੂ ਨੂੰ ਕਿਉਂ ਐਵੇਂ ਅਣਜਾਣ ਤੇ ਇੱਕ ਆਮ ਇਨਸਾਨ ਸਮਝਦਾ ਹੈ। ਗੁਰ ਕਰਤਾਰ ਰੂਪ ਹੈ ਆਇਓ, ਗੁਰੂ ਪ੍ਰਮਾਤਮਾ ਦਾ ਸਰੂਪ ਹੈ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇਰੀ ਪਿੱਠ ਨਹੀਂ ਲੱਗਣ ਦੇਣਗੇ। ਸਰਬ ਕਲਾ ਸਮਰੱਥ ਬਲ ਭਾਰੀ, ਸਿਰਜ ਸੰਘਾਰਕ ਸ੍ਰਿਸ਼ਟੀ, ਇਨ ਵਿਚਾਰ ਮੈਂ ਪੁਨ ਸਮਝਾਇਓ, ਗੁਰ ਕਰਤਾਰ ਰੂਪ ਵੈ ਆਇਓ। ਸਰਬ ਕਲਾ ਸਮਰੱਥ ਬਲ ਭਾਰੀ, ਸਿਰਜ ਸੰਘਾਰਕ ਸ੍ਰਿਸ਼ਟੀ ਸਾਰੀ। ਕਿ ਜਿਹੜੇ ਸਤਿਗੁਰ ਜੀ ਹਨ ਉਹ ਸਰਬ ਕਲਾ ਸਮਰੱਥ ਹਨ। ਵੇਖੋ ਕੋਈ ਅਵਤਾਰ 16 ਕਲਾ ਸੰਪੂਰਨ ਮੰਨਿਆ ਹੈ, ਕੋਈ 64 ਕਲਾ, ਕੋਈ 8 ਕਲਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬ ਕਲਾ ਸਮਰੱਥ ਹਨ ਤੇ ਬੜੇ ਭਾਰੇ ਯੋਧੇ ਹਨ। ਸਰਬ ਕਲਾ ਸਮਰੱਥ ਬਲ ਭਾਰੀ, ਬੜੇ ਭਾਰੇ ਬਲ ਵਾਲੇ ਹਨ। ਸਿਰਜ ਸੰਘਾਰਕ ਸ੍ਰਿਸ਼ਟ ਸਾਰੀ, ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਅਤੇ ਸਾਰੀ ਸ੍ਰਿਸ਼ਟੀ ਦਾ ਨਾਸ਼ ਕਰ ਸਕਦੇ ਹਨ। ਇੰਨੀ ਵੱਡੀ ਤਾਕਤ ਦੇ ਮਾਲਕ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਪਲ ਭਰ ਦੇ ਵਿੱਚ, ਇੱਕ ਅੱਖ ਝਪਕਣ ਦੇ ਫੌਰ ਦੇ ਵਿੱਚ ਉਹ ਸ੍ਰਿਸ਼ਟੀ ਸਾਜ ਸਕਦੇ ਹਨ ਅਤੇ ਸ੍ਰਿਸ਼ਟੀ ਨੂੰ ਮਿਟਾ ਸਕਦੇ ਹਨ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਹਰਨ ਦਾ ਅਰਥ ਹੈ ਢਾਉਣਾ ਅਤੇ ਭਰਨ ਦਾ ਅਰਥ ਹੈ ਸਾਜਣਾ, ਕਿ ਇੱਕ ਅੱਖ ਦੇ ਫੋਰ ਦੇ ਵਿੱਚ ਉਹ ਸ੍ਰਿਸ਼ਟੀ ਨੂੰ ਸਾਜ ਸਕਦੇ ਹਨ ਅਤੇ ਸ੍ਰਿਸ਼ਟੀ ਨੂੰ ਢਾ ਕੇ ਸਵਾਹ ਕਰ ਸਕਦੇ ਹਨ। ਏਕ ਬਾਕ ਤੇ ਸਭ ਕਿਛ ਕਰੈ, ਜਗਤ ਸੁਰਾਸੁਰ ਜਿਸ ਅਨਸਰੈ। ਕਹਿੰਦੇ ਉਹਨਾਂ ਦਾ ਇੱਕ ਵਚਨ ਹੀ ਕਾਫੀ ਹੈ, ਇੱਕ ਵਚਨ ਦੇ ਨਾਲ ਹੀ ਉਹ ਸਭ ਕੁਝ ਕਰ ਸਕਦੇ ਹਨ ਅਤੇ ਉਹਨਾਂ ਦੇ ਇੱਕ ਵਚਨ ਦੇ ਨਾਲ ਹੀ ਜਗਤ ਸੁਰਾਸਰ ਜਿਸ ਅਨੁਸਾਰ ਹੈ, ਕਿ ਸਾਰੇ ਜਗਤ ਦੇ ਜਿਹੜੇ ਸੁਰ ਅਤੇ ਅਸੁਰ, ਸੁਰਾਸਰ ਦਾ ਅਰਥ ਹੈ ਸੁਰ ਭਾਵ ਕੇ ਦੇਵਤੇ ਅਤੇ ਰਾਖਸ਼, ਸਭ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਹਨ। ਗੁਰ ਕਾ ਵਚਨ ਸਦਾ ਅਬਨਾਸੀ, ਗੁਰ ਕੈ ਵਚਨ ਕੱਟੀ ਜਮ ਫਾਸੀ। ਤੇ ਸਤਿਗੁਰਾਂ ਦੇ ਐਸੇ ਪ੍ਰਤਾਪੀ ਬਚਨ ਹਨ, ਤੂੰ ਕਿਉਂ ਨਹੀਂ ਸਮਝਦਾ। ਤੁਝ ਕੋ ਮਰਨ ਦੇ ਕਿਮ ਨਾਹੀ, ਬਨੇ ਸਹਾਇਕ ਦੁਸ਼ਮਨ ਮਾਈ। ਕਹਿੰਦੇ ਜੇ ਉਹਨਾਂ ਨੇ ਤੇਰੇ ਵੱਲ ਇਸ਼ਾਰਾ ਕੀਤਾ ਹੈ ਤੇ ਤੈਨੂੰ ਉਹ ਬਲ ਵੀ ਦੇਣਗੇ ਲੜਨ ਦਾ। ਇਹ ਨਾ ਸੋਚੀ ਕਿ ਕਿਤੇ ਮੈਨੂੰ ਮਾਰਨ ਵਾਸਤੇ ਭੇਜਣ ਲੱਗੇ ਹਨ। ਕਿਉਂ? ਤੇਰੀ ਪਿੱਠ ਲੱਗਣੀ ਗੁਰੂ ਦੀ ਪਿੱਠ ਲੱਗਣ ਦੇ ਤੁਲ ਹੈ। ਜੇ ਕਿਸੇ ਥਾਂ ਤੇ ਗੁਰੂ ਦੇ ਸਿੱਖ ਦੀ ਪਿੱਠ ਲੱਗ ਜਾਵੇ, ਕਿਉਂ? ਕਿਉਂਕਿ ਸਿੱਖ ਨੂੰ ਗੁਰੂ ਤੋਂ ਬਿਨਾਂ ਆਸਰਾ ਕੋਈ ਨਹੀਂ। ਤੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਆਪਣੇ ਸੇਵਕ ਦੀ ਸਤਿਗੁਰੂ ਪਿੱਠ ਨਹੀਂ ਲੱਗਣ ਦਿੰਦੇ, ਆਪਣੇ ਸਿੱਖ ਨੂੰ ਉਹ ਮਰਨ ਨਹੀਂ ਦਿੰਦੇ, ਬਲਕਿ ਪ੍ਰਤਪਾਲਨਾ ਕਰਦੇ ਹਨ। ਪਰ ਦੁਨੀ ਚੰਦ ਦੇ ਮੋਟੇ ਦਿਮਾਗ ਦੇ ਵਿੱਚ, ਮੋਟੀ ਸਮਝ ਦੇ ਵਿੱਚ ਇਹ ਗੱਲ ਨਹੀਂ ਆਉਣ ਰਹੀ। ਤਨ ਤਨ ਬਿਖੈ ਜੀਵ ਬਚ ਰਹਿ, ਅਪਰ ਪਰੈ ਮੁਖ ਚਰਬਨ ਲੈ। ਕਹਿੰਦੇ ਜਿਵੇਂ ਬੜੀ ਸੋਹਣੀ ਉਦਾਹਰਣ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਰਹੇ ਹਨ। ਕਹਿੰਦੇ ਦੰਦ ਮਾਨੋ ਦੁਸ਼ਮਣ ਹਨ, ਹੱਡੀਆਂ ਦੇ ਹਨ, ਤੇ ਇਹਨਾਂ ਦੇ ਵਿੱਚ ਜਿਹੜੀ ਜੀਭ ਹੈ ਉਹ ਸਿਰਫ ਮਾਸ ਦਾ ਟੁਕੜਾ ਹੈ। ਜੀਭ ਦੇ ਵਿੱਚ ਤੇ ਕੋਈ ਹੱਡੀ ਨਹੀਂ ਨਾ। ਜੀਭ ਕੀ ਹੈ? ਸਿਰਫ ਮਾਸ, ਤੇ ਮਾਸ ਦੀ ਇੱਕ ਲੋਥ ਹੈ। ਕਹਿੰਦੇ ਜਿਵੇਂ ਜੀਭ ਨੂੰ ਪ੍ਰਮਾਤਮਾ ਨੇ ਦੰਦਾਂ ਦੇ ਵਿੱਚ ਬਚਾ ਕੇ ਰੱਖਿਆ ਹੈ। ਗੌੜੀ ਬੈਰਾਗਣ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਹੈ, ਜੈਸੇ ਕਾਤੀ 30 32 ਵਿੱਚ ਰੱਖੇ ਰਸਨਾ ਮਾਸ ਰਤ ਕੇਰੀ। ਕਹਿੰਦੇ ਜਿਵੇਂ 32 ਦੰਦਾਂ ਦੇ ਵਿੱਚ ਜੀਭ ਖੇਡਦੀ ਹੈ। ਕਿਵੇਂ ਜੀਭ ਖੇਡਦੀ ਹੈ? ਕਦੀ ਵੇਖਿਆ ਕਿ ਰੋਟੀ ਦੇ ਨਾਲ ਕਦੇ ਥੱਲੇ ਆ ਗਈ ਹੋਵੇ ਦੰਦ ਦੇ ਕਿਸੇ ਦੇ? ਜਾਂ ਕਦੀ ਵੇਖਿਆ ਕਦੇ ਸੁੱਤੇ ਪਿਆ ਕਿਤੇ ਦੰਦਾਂ ਵਿੱਚ ਘੁੱਟੀ ਗਈ ਹੋਵੇ? ਕਹਿੰਦੇ ਤੈਨੂੰ ਉਹ ਐਵੇਂ ਰੱਖ ਲੈਣਗੇ। ਕਿਮ ਸੇਵਕ ਕੇ ਸਦਾ ਸਹਾਇਕ, ਰਾਖੈ ਵਿੱਚ ਰਿਪ ਗਣ ਜੇ ਕਾਇਕ। ਕਹਿੰਦੇ ਜਿਵੇਂ
ਜੀਭ ਬੱਤੀਆਂ ਦੰਦਾਂ ਦੇ ਵਿੱਚ ਖੇਡਦੀ ਹੈ, ਐਵੇਂ ਤੈਨੂੰ ਉਹ ਦੁਸ਼ਮਣਾਂ ਦੇ ਦਲ ਦੇ ਵਿੱਚ ਰੱਖ ਲੈਣਗੇ। ਦੁਸ਼ਮਣ ਮਾਨੋ ਦੰਦ ਹਨ ਤੇ ਜੀਭ ਮਾਨੋ ਤੂੰ ਹੈ। ਕਹਿੰਦੇ ਜਿਵੇਂ ਜੀਭ ਨੂੰ ਬੱਤੀਆਂ ਦੰਦਾਂ ਦੇ ਵਿੱਚ ਕੋਈ ਸੰਕਟ ਨਹੀਂ, ਕੋਈ ਪੀੜਾ ਨਹੀਂ, ਐਵੇਂ ਤੈਨੂੰ ਜੰਗ ਦੇ ਮੈਦਾਨ ਵਿੱਚ ਉਹ ਰੱਖ ਲੈਣਗੇ, ਦੁਸ਼ਮਣਾਂ ਦੇ ਘੇਰੇ ਵਿੱਚੋਂ ਤੈਨੂੰ ਬਚਾ ਲੈਣਗੇ। ਨੀਚਾ ਧਰੋ ਜਥਾ ਗਿਰ ਕੁੰਟੰਗ, ਤੂੰ ਸਿਆਣੋ ਕੈਸੇ ਚਿਤ ਛੂਟੰਗ। ਕਹਿੰਦੇ ਤੂੰ ਗੁਰੂ ਤੇ ਨਿਸ਼ਚਾ ਰੱਖ ਕੇ ਵੇਖ, ਪਰ ਨਿਸ਼ਚਾ ਰੱਖ, ਨਿਸ਼ਚਾ ਧਰੋ ਜਥਾ ਗਿਰ ਕੂਟੰ, ਪਹਾੜ ਦੀ ਚੋਟੀ ਵਰਗਾ ਨਿਸ਼ਚਾ ਜਿਹੜਾ ਰੱਖ ਸਤਿਗੁਰਾਂ ਤੇ। ਕਿਉਂ? ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤੇ ਜਦੋਂ ਤੂੰ ਸਤਿਗੁਰਾਂ ਤੇ ਐਸਾ ਵਿਸ਼ਵਾਸ ਕਰ ਲਵੇਂਗਾ ਤੇ ਉਹ ਤੇਰੀ ਪਿੱਠ ਨਹੀਂ ਲੱਗਣ ਦੇਣਗੇ। ਪਰ ਮੈਂ ਹੈਰਾਨ ਹਾਂ ਕਿ ਤੂੰ ਚੰਗਾ ਭਲਾ ਸਿਆਣਾ ਬੰਦਾ ਸੀ, ਤੂੰ ਡੋਲ ਕਿਵੇਂ ਗਿਆ ਹੈ। ਆਪਰਣ ਕੋ ਸਮਝਾਵਣ ਹਾਰੋ, ਨੈ ਡੋਲੋ ਬੋਲੋ ਬੁੱਧ ਪਾਰੋ। ਕਹਿੰਦੇ ਹੁਣ ਤੱਕ ਤੂੰ ਦੂਜੀਆਂ ਸੰਗਤਾਂ ਨੂੰ ਉਪਦੇਸ਼ ਕਰਦਾ ਆਇਆ ਹੈ, ਦੂਜੀਆਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਸਤਿਗੁਰਾਂ ਦੇ ਦੁਆਰ ਤੇ ਲੈ ਕੇ ਆਉਂਦਾ ਆਇਆ ਹੈ, ਤੇ ਅੱਜ ਤੈਨੂੰ ਕੀ ਹੋ ਗਿਆ? ਤੂੰ ਆਪਣੇ ਆਪ ਨੂੰ ਸਮਝਾਉਣ ਦੇ ਵਿੱਚ ਫੇਲ ਹੋ ਗਿਆ ਹੈ। ਇਤਿਆਤਕ ਮੈਂ ਬਹੁ ਕਹਿ ਰਹਿਓ, ਬਣੇ ਨਾ ਸੰਗੀ ਜਬ ਤਿਨ ਲਿਓ। ਕਹਿੰਦੇ ਇਸ ਤਰ੍ਹਾਂ ਉਹਨੂੰ ਮੈਂ ਬਹੁਤ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ ਹੈ, ਪਰ ਉਹ ਨਹੀਂ ਸਮਝਿਆ ਤੇ ਮੈਂ ਉਹਦਾ ਸੰਗ, ਉਹਦਾ ਸਾਥ ਛੱਡ ਦਿੱਤਾ। ਕਿਉਂ? ਦੋਨਾਂ ਦੀ ਸੋਚ ਵੱਖਰੀ ਹੈ। ਇੱਕ ਨੂੰ ਗੁਰੂ ਉੱਤੇ ਪੂਰਾ ਨਿਸ਼ਚਾ ਹੈ, ਇੱਕ ਗੁਰੂ ਨੂੰ ਇੱਕ ਆਮ ਇਨਸਾਨ ਜਾਣਦਾ ਹੈ। ਇੱਕ ਨੂੰ ਗੁਰੂ ਦੀ ਸ਼ਕਤੀ ਉੱਤੇ ਸ਼ੱਕ ਕੋਈ ਨਹੀਂ, ਤੇ ਇੱਕ ਗੁਰੂ ਨੂੰ ਕਹਿ ਰਿਹਾ ਹੈ ਕਿ ਇਹ ਗੁਰੂ ਸਦਾ ਹੀ ਲੜਾਈਆਂ ਹੀ ਲੈਂਦੇ ਰਹਿੰਦੇ ਹਨ। ਦੋਨਾਂ ਦੀ ਸੋਚ ਵੱਖਰੀ ਹੈ, ਦੋਨਾਂ ਦਾ ਸੁਭਾਅ ਵੱਖਰਾ ਹੈ। ਤੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਆਪਣਾ ਰਸਤਾ ਉਹਦੇ ਨਾਲੋਂ ਵੱਖਰਾ ਕਰ ਲਿਆ, ਭਾਵ ਕਿ ਉਹਦਾ ਸੰਗ ਮੈਂ ਛੱਡ ਦਿੱਤਾ। ਦੂਸ਼ਣ ਹੋਏ ਗਮਨਿਓ ਨਿਜ ਡੇਰੇ, ਟਿਕਿਓ ਨਾ ਜੈ ਚਿੰਤ ਕਨੇਰੇ। ਕਹਿੰਦੇ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਹੋਇਆ ਉਹ ਮੇਰੇ ਤੋਂ ਦੂਰ ਚਲਾ ਗਿਆ, ਆਪਣੇ ਡੇਰੇ, ਭਾਵ ਕਿ ਜਿੱਥੇ ਉਹਦੇ ਵਾਲਾ ਤੰਬੂ ਲੱਗਾ ਸੀ, ਦੁਨੀ ਚੰਦ ਵਾਲਾ, ਉੱਥੇ ਚਲਾ ਗਿਆ। ਪਰ ਉੱਥੇ ਜਾ ਕੇ ਵੀ ਉਹਨੂੰ ਟਿਕਾਈ ਕਿੱਥੇ? ਜਿਹਨੂੰ ਇਹ ਪਤਾ ਹੋਵੇ ਮੈਨੂੰ ਸਵੇਰੇ ਸਤਿਗੁਰਾਂ ਨੇ ਹਾਥੀ ਦੇ ਨਾਲ ਲੜਨ ਵਾਸਤੇ ਕਿਲੇ ਤੋਂ ਬਾਹਰ ਭੇਜਣਾ ਹੈ, ਉਹ ਬੜਾ ਚੈਨ ਦੀ ਨੀਂਦ ਕਿਵੇਂ ਸੌਂ ਸਕਦਾ ਹੈ? ਉਹ ਤੇ ਵਿਉਂਤਾਂ ਘੜ ਰਿਹਾ ਹੈ ਕਿ ਕਿਸੇ ਤਰ੍ਹਾਂ ਸਾਰੇ ਸੌਂ ਜਾਣ, ਇੱਧਰ ਉੱਧਰ ਟਿਕ ਜਾਣ, ਰਸਤਾ ਥੋੜਾ ਖੁੱਲਾ ਮਿਲ ਜਾਵੇ ਤੇ ਮੈਂ ਇੱਥੋਂ ਭੱਜ ਜਾਵਾਂ। ਉਹ ਉੱਥੇ ਵੀ ਬੜੀ ਫਿਕਰ ਦੇ ਵਿੱਚ, ਬੜੀ ਘਨੇਰੀ ਚਿੰਤਾ ਦੇ ਵਿੱਚ ਹੈ। ਆਪਣੀ ਸੰਗਤ ਸਕਲ ਬੁਲਾਈ, ਮਾਰਨ ਮਰਨ ਇਆਂ ਦੁਖਦਾਈ। ਆਪਣੀ ਸੰਗਤ ਸਕਲ ਬੁਲਾਈ, ਭਾਵ ਕਿ ਜਿਹੜੇ ਮਾਝੇ ਦੀ ਸੰਗਤ ਸੀ ਉਹਦੇ ਨਾਲ ਆਈ ਸੀ, ਨਾਲ ਲੈ ਕੇ ਆਇਆ ਸੀ, ਉਹਨਾਂ ਸਾਰਿਆਂ ਨੂੰ ਉਹਨੇ ਆਪਣੇ ਵਾਲੇ ਤੰਬੂ ਵਿੱਚ ਬੁਲਾਇਆ, ਉੱਥੇ ਸਲਾਹ ਮਸ਼ਵਰਾ ਕੀਤਾ। ਕਹਿੰਦੇ ਇੱਥੇ ਮਰਨਾ ਬੜਾ ਔਖਾ ਹੈ, ਬੜੀ ਦੁਖਦਾਈ ਮੌਤ ਹੋਵੇਗੀ ਸਾਡੀ, ਤੇ ਕਿਉਂ ਨਾ ਕੁਝ ਹੋਰ ਵਿਉਂਤ ਘੜੀ ਜਾਵੇ। ਕਿਉਂ ਨਾਕ ਨਿਜ ਪ੍ਰਾਣ ਗਵਾਵੋ, ਹੋਤ ਪ੍ਰਾਤ ਕੇ ਸਭ ਬਿਨਸਾਵੋ। ਕਹਿੰਦੇ ਕਿਉਂ ਨਾਹਕ? ਨਾਹਕ ਦਾ ਅਰਥ ਹੈ ਐਵੇਂ ਬੇਫਜ਼ੂਲ। ਕਹਿੰਦੇ ਐਵੇਂ ਬੇਫਜ਼ੂਲ ਅਸੀਂ ਆਪਣੀ ਜਿੰਦ, ਆਪਣੇ ਜਿਹੜੇ ਪ੍ਰਾਣ ਹਨ ਉਹਨਾਂ ਨੂੰ ਕਿਉਂ ਗਵਾਈਏ? ਹੋਤ ਪ੍ਰਾਤ ਕੇ ਸਭ ਬਿਨਸਾਵੋ, ਇਸ ਲਈ ਕੁਝ ਐਸਾ ਸੋਚੋ ਕਿ ਅੰਮ੍ਰਿਤ ਵੇਲਾ ਹੋਣ ਤੋਂ ਪਹਿਲਾਂ ਇੱਥੋਂ ਭੱਜ ਜਾਈਏ। ਇਨਕੇ ਨਿਕਟ ਕਰੇ ਰਹਿ ਕਹਾਂ, ਦਿਵਸ ਜਾਮਣੀ ਸੰਕਟ ਜਮਾ। ਇਨਕੇ ਨਿਕਟ ਭਾਵ ਕਿ ਹੁਣ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੰਘਾਂ ਦੇ ਨਾਲ ਰਹਿ ਕੇ ਇੱਥੇ ਅਸੀਂ ਕੀ ਕਰਨਾ ਹੈ? ਦਿਵਸ ਜਾਮਨੀ ਸੰਕਟ ਮਹਾ, ਦਿਵਸ ਦਾ ਅਰਥ ਹੈ ਦਿਨ, ਜਾਮਨੀ ਦਾ ਅਰਥ ਹੈ ਰਾਤ। ਇੱਥੇ ਤੇ ਇਸ ਲੋਹਗਲ ਕਿਲੇ ਦੇ ਵਿੱਚ ਦਿਨ ਰਾਤ ਸੰਕਟ ਹੀ ਬਣਿਆ ਰਹਿੰਦਾ ਹੈ। ਜੀਵਤ ਚਲੋ ਆਪਣ ਘਰ ਮਾਈ,
इया प्राण क्यों बच नाई। ਕਹਿੰਦੇ ਜਿੰਨੀ ਵੀ ਜਲਦੀ ਹੋ ਸਕਦਾ ਹੈ ਜਲਦੀ ਤੋਂ ਜਲਦੀ ਅਸੀਂ ਆਪਣੇ ਘਰ ਦੇ ਵਿੱਚ ਸੁਰੱਖਿਅਤ ਪਹੁੰਚ ਜਾਈਏ। ਇੱਥੇ ਸਾਡੇ ਜਿਹੜੇ ਪ੍ਰਾਣ ਹਨ, ਸਾਡੀ ਜਿਹੜੀ ਜਾਨ ਹੈ ਉਹ ਸੁਰੱਖਿਅਤ ਨਹੀਂ ਹੈ। आप पलाए जे सदन सिधारे, सुख के संग मिले परवारे। ਕਹਿੰਦੇ ਜੇ ਹੁਣ ਅਸੀਂ ਭੱਜਾਂਗੇ ਤਾਂ ਹੀ ਅਸੀਂ ਆਪਣੇ ਘਰ ਪਹੁੰਚਾਂਗੇ ਤੇ ਸੁੱਖ ਕੇ ਸੰਗ ਮਿਲੈ ਪਰਿਵਾਰੇ। ਤੇ ਜਿਹੜੇ ਆਪਣੇ ਪਰਿਵਾਰ ਅਸੀਂ ਪਿੱਛੇ ਮਜੀਠੇ ਛੱਡ ਕੇ ਆਏ ਹਾਂ ਉਹਨਾਂ ਨੂੰ ਜਾ ਕੇ ਮਿਲੀਏ, ਉਹਨਾਂ ਦੇ ਵਿੱਚ ਜਾ ਕੇ ਉੱਠੀਏ ਬਈਏ। सोटी अपर गुरु कर ले, रामदास की कुल को पै। ਤੇ ਕਹਿੰਦਾ ਕੋਈ ਗੱਲ ਨਹੀਂ, ਅਸੀਂ ਇਸ ਗੁਰੂ ਦਾ ਸੰਗ ਛੱਡ ਦਿਆਂਗੇ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸੋਢੀ ਵੰਸ਼ ਵਿੱਚੋਂ ਹਨ। ਤੇ ਕਹਿੰਦੇ ਕੋਈ ਗੱਲ ਨਹੀਂ, ਆਪਾਂ ਪ੍ਰੀਤੀ ਚੰਦ ਵਿੱਚੋਂ, ਧੀਰ ਮੱਲੀਆਂ ਦੇ ਵਿੱਚੋਂ, ਭਾਵ ਕਿ ਸੋਢੀ ਵੰਸ਼ ਦੇ ਵਿੱਚੋਂ ਹੀ ਕੋਈ ਦੂਜਾ ਗੁਰੂ ਲੱਭ ਕੇ ਉਹਨੂੰ ਗੁਰੂ ਧਾਰ ਲਵਾਂਗੇ। इत्यादक मूर्ख सिखराए, पाज चलन को ब्योत बनाए। ਇਤਿਆਦਿਕ ਭਾਵ ਕਿ ਇਸ ਤਰ੍ਹਾਂ ਉਸ ਮੂਰਖ ਨੇ ਆਪਣੀ ਮੂਰਖਤਾ ਦਾ ਸਿਖਰ ਵਿਖਾਇਆ ਹੈ ਤੇ ਉਸਨੇ ਭੱਜ ਜਾਣ ਦੀ ਵਿਉਂਤ ਪੱਕੀ ਕਰ ਲਈ ਹੈ। जय कै तेले दाम बटोर, अर्ध रात्र तम परस्यो कोर। ਅਤੇ ਹੁਣ ਜਿਹੜੀ ਸਕੀਮ ਅਨੁਸਾਰ ਉਸਨੇ ਜਿਹੜੀ ਯੋਜਨਾ ਸਕੀਮ ਬਣਾਈ ਹੈ ਉਹ ਕੀ ਕਿ ਕਿਲੇ ਦੇ ਮਗਰਲੇ ਪਾਸਿਓਂ ਰੱਸਾ ਥੱਲੇ ਸੁੱਟ ਕੇ ਉਹਦੇ ਨਾਲ ਇੱਕ ਇੱਕ ਕਰਕੇ ਲਟਕ ਕੇ ਉੱਤਰ ਚਲੀਏ। ਤੇ ਹੁਣ ਜਹ ਕਹਿ ਤਮ ਦਾਮ ਬਟੋਰ, ਭਾਵ ਦਾਮ ਦਾ ਅਰਥ ਹੈ ਰੱਸਾ, ਬਟੋਰ ਦਾ ਅਰਥ ਹੈ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਲੱਭਣੇ ਸ਼ੁਰੂ ਕਰ ਦਿੱਤੇ ਕਿ ਕਿਸੇ ਤਰੀਕੇ ਦੇ ਨਾਲ ਇੱਕ ਲੰਬਾ ਰੱਸਾ ਸਾਰਿਆਂ ਨੂੰ ਜੋੜ ਕੇ ਬਣਾ ਲਿਆ ਜਾਵੇ। ਕਿਉਂ? ਕਿਉਂਕਿ ਹੁਣ ਅਰਧ ਰਾਤਰ ਤਮ ਪਸਰਿਓ ਘੋਰ, ਭਾਵ ਕਿ ਅੱਧੀ ਰਾਤ ਦਾ ਸਮਾਂ ਹੈ ਅਤੇ ਬਹੁਤ ਘੁੱਪ ਘੋਰ ਹਨੇਰਾ ਹੈ। के गुरु सिख सेवक सारे, जागै जित कित नर की रारे। ਟਿਕੇ ਗੁਰੂ, ਕਿਉਂਕਿ ਅੱਧੀ ਰਾਤ ਦਾ ਸਮਾਂ ਹੈ, ਸਤਿਗੁਰ ਜੀ ਵੀ ਵਿਸ਼ਰਾਮ ਕਰ ਰਹੇ ਹਨ ਤੇ ਸਤਿਗੁਰਾਂ ਦੇ ਜਿਹੜੇ ਸਿੱਖ ਹਨ, ਸੇਵਕ ਹਨ, ਉਹ ਸਾਰੇ ਵੀ ਵਿਸ਼ਰਾਮ ਕਰ ਰਹੇ ਹਨ। ਜਾਗੇ ਜਿਤ ਕਿਤ ਨਰ ਕੀ ਰਾਰੇ, ਤੇ ਸਤਿਗੁਰ ਨੇ ਸਾਰਿਆਂ ਨੂੰ ਸੌਣ ਦੀ ਆਗਿਆ ਨਹੀਂ ਦਿੱਤੀ। ਕੁਝ ਸਿੰਘ ਪਹਿਰੇ ਤੇ ਖੜੇ ਹਨ। टामी तुपक चले कब सबे कबे, दिशा दूसरी ते हट सबे। ਟਾਮੀ ਤੁਪਕ, ਭਾਵ ਕਿ ਟਾਮੀ ਕਿਤੇ ਕਿਤੇ ਕੋਈ ਗੋਲੀ, ਕੋਈ ਤੀਰ ਆਦਿਕ ਚੱਲਦਾ ਹੈ ਤੇ ਮਾਹੌਲ ਥੋੜਾ ਸ਼ਾਂਤ ਹੈ ਜੰਗ ਦਾ, ਤੇ ਇਹਨੂੰ ਇਸ ਤੋਂ ਵਧੀਆ ਮੌਕਾ ਕੋਈ ਨਹੀਂ ਜਾਪਦਾ। ਤੇ ਕਹਿੰਦੇ ਟਾਮੀ ਤੁਪਕ ਚਲੇ ਕਬ ਕਬੈ, ਦਿਸ਼ਾ ਦੂਸਰੀ ਤੇ ਹਟ ਸਬੈ। ਤੇ ਉਹ ਸਾਰੇ ਜਿਹੜੇ ਬਾਹਰੋਂ ਵੈਰੀ ਦਲ ਹੈ ਉਹ ਦੂਸਰੀ ਦਿਸ਼ਾ ਵੱਲ ਆ ਗਿਆ ਹੈ। चेत देख जानियो नर न रहे, अवसर पागण को तब ले। ਕਿਉਂ? ਕਿਉਂਕਿ ਬਾਹਰ ਦਾ ਜਿਹੜਾ ਘੇਰਾ ਹੈ ਪਹਾੜੀ ਰਾਜਿਆਂ ਦੀ ਫੌਜ ਵੱਲੋਂ ਪਾਇਆ ਗਿਆ ਕਿਲਾ ਲੋਹਗੜ੍ਹ ਨੂੰ ਜਿਹੜਾ ਘੇਰਾ ਹੈ ਉਸ ਵਿੱਚ ਕੁਝ ਨਰਮਾਈ ਵਰਤੀ ਗਈ ਹੈ, ਕੁਝ ਢਿੱਲ ਵਰਤੀ ਗਈ ਹੈ ਅਤੇ ਕਿਸੇ ਪਾਸਿਓਂ ਉਹ ਘੇਰਾ ਚੁੱਕ ਵੀ ਦਿੱਤਾ ਗਿਆ ਹੈ। ਤੇ ਜਿਹੜੇ ਪਾਸਿਓਂ ਉਹ ਘੇਰਾ ਚੁੱਕਿਆ ਗਿਆ ਹੈ ਇਹਨੇ ਉਸੇ ਪਾਸਿਓਂ ਨਿਕਲਣ ਦੀ ਸੋਚੀ ਹੈ। द्वारे को निकस्यो न जाई, गहे सिंह ते उत समदाई। ਪਹਿਲਾਂ ਇਹਨੇ ਸੋਚਿਆ ਕਿ ਕਿਉਂ ਨਾ ਦਰਵਾਜ਼ੇ ਥਾਣੀ ਹੀ ਨਿਕਲਿਆ ਜਾਵੇ, ਪਰ ਕਿਉਂ? ਕਿਉਂਕਿ ਦਰਵਾਜ਼ੇ ਉੱਤੇ ਸਿੰਘਾਂ ਦਾ ਸਖਤ ਪਹਿਰਾ ਹੈ ਅੰਦਰਲੇ ਪਾਸਿਓਂ। ਤੇ ਇਹਨੇ ਸੋਚਿਆ ਦੁਆਰੇ ਕੋ ਨਿਕਸਿਓ ਨਾ ਜਾਈ, ਕਿ ਦਵਾਰ ਵਾਲੇ ਪਾਸਿਓਂ ਤੇ ਮੁਸ਼ਕਲ ਹੈ ਬਹੁਤ ਨਿਕਲਣਾ, ਉੱਥੋਂ ਨਿਕਲਿਆ ਨਹੀਂ ਜਾ ਸਕਦਾ। ਗਹਿ ਸਿੰਘ ਇਤ ਉਤ ਸਮੁਦਾਈ, ਤੇ ਸਿੱਖਾਂ ਨੇ ਫੜ ਲੈਣਾ ਹੈ। ਛੂਚ ਮੋਰਚਾ ਕਰਿਓ ਪਾਰੀ, ਅੰਤਰ ਜੈ ਮਜੈਲ ਤਿਰਕਾਰੀ। ਛੂਛ ਮੋਰਚਾ, ਭਾਵ ਕਿ ਮੋਰਚਾ ਖਾਲੀ ਕਰ ਦਿੱਤਾ ਹੈ। ਛੂਛ ਮੋਰਚੇ ਦਾ ਅਰਥ ਹੈ ਕਿ ਮੋਰਚਾ ਖਾਲੀ ਕਰ ਦਿੱਤਾ ਹੈ ਤੇ ਹੁਣ ਇਸਨੇ ਇਸ ਪਾਸਿਓਂ ਲੰਘਣ ਦੀ ਸੋਚੀ ਹੈ। ਤੈ ਕੋ
ਵਰਤ ਪਾਏ ਲਟਕਾਵਾ ਅਰਧਕ ਉਤਰ ਗਏ ਤਰਥਾਵਾ। ਤੇ ਇਹਨੇ ਨਾਲ ਆਪਣੇ ਜਿਹੜੇ ਮਝੈਲ ਮਾਝੇ ਦੀ ਸੰਗਤ ਨਾਲ ਲੈ ਕੇ ਆਇਆ ਹੈ, ਉਹਨਾਂ ਨੂੰ ਨਾਲ ਲਿਆ ਹੈ। ਤੇ ਤਹਿ ਕੇ ਵਰਤ ਪਾਏ ਲਟਕਾਵਾਂ, ਤੇ ਰੱਸਾ ਥੱਲੇ ਸੁੱਟ ਦਿੱਤਾ ਹੈ। ਅਰਧਕ ਉਤਰ ਗਏ ਤਰ ਥਾਵਾਂ, ਤੇ ਅੱਧੇਕ ਉਤਰ ਗਏ ਹਨ। ਜੁਨੀ ਚੰਦ ਜਿਸ ਤਨ ਬਹੁ ਪੀਨਾ ਉਤਰਨ ਹੇਤ ਸੋ ਵਰਤ ਗਹਿ ਲੀਨਾ। ਕਹਿੰਦੇ ਧੁਨੀ ਚੰਦ ਜਿਸ ਦਾ ਸਰੀਰ ਵਜਨ ਦੇ ਵਿੱਚ ਬਹੁਤ ਭਾਰਾ ਸੀ, ਮੋਟਾ ਸੀ, ਉਹਦੇ ਸਰੀਰ ਦੇ ਵਿੱਚ ਇੰਨੀ ਫੁਰਤੀ ਨਹੀਂ ਸੀ ਕਿ ਜਲਦੀ ਜਲਦੀ ਉਹ ਰੱਸੇ ਤੋਂ ਉਤਰ ਸਕੇ ਲਟਕ ਕੇ, ਤੇ ਉਹ ਬੜਾ ਡਰ ਡਰ ਕੇ ਉਤਰ ਰਿਹਾ ਹੈ। ਸਣੇ ਸਣੇ ਤਬ ਉਤਰਤ ਪਇਓ ਅਰਧਕ ਜਵੈ ਲਟਕ ਤੋ ਗਇਓ। ਸਨੇ ਸਨੇ ਤਬ ਉਤਰਤ ਭਇਓ। ਸਨੇ ਸਨੇ ਦਾ ਅਰਥ ਹੈ ਹੌਲੀ ਹੌਲੀ। ਕਿਉਂ? ਕਿਉਂਕਿ ਸਰੀਰ ਭਾਰਾ ਹੈ, ਫੁਰਤੀ ਸਰੀਰ ਵਿੱਚ ਬਿਲਕੁਲ ਨਹੀਂ ਹੈ, ਤੇ ਹੌਲੀ ਹੌਲੀ ਬੜਾ ਡਰ ਕਰਕੇ ਉਤਰ ਰਿਹਾ ਹੈ। ਮਹਾਭਾਰ ਨੇ ਦਾਮ ਸਾਰਾ ਟੂਟ ਤੜਾਕ ਗਇਓ ਤਿਸ ਬਾਰਾ। ਕਹਿੰਦੇ ਉਹਦਾ ਵਜਨ ਬੜਾ ਹੈ, ਤੇ ਰੱਸੇ ਨੇ ਇਹ ਵਜਨ ਸਹਾਰਿਆ ਨਹੀਂ। ਮਹਾਭਾਰ ਨੇ ਦਾਮ, ਦਾਮ ਦਾ ਅਰਥ ਹੈ ਰੱਸਾ, ਸਹਾਰਾ ਭਾਵ ਕੇ ਸਹਾਰਿਆ ਨਹੀਂ, ਤੇ ਰੱਸਾ ਤੜਾਕ ਕਰਕੇ ਟੁੱਟ ਗਿਆ ਹੈ। ਉਨ ਕੁਛ ਗਇਓ ਨ ਕਰਤੇ ਗਿਰਿਓ ਤੁਰਤ ਬੋ ਰਹੇ ਸਬਰਤੇ। ਤੇ ਕਹਿੰਦੇ ਜਿਹੜੇ ਥੋੜੇ ਬਹੁਤੇ ਥੱਲੇ ਪਹਿਲਾਂ ਉਤਰੇ ਸੀ, ਉਹਨਾਂ ਨੇ ਇਸ ਨੂੰ ਸੰਭਾਲ ਲਿਆ ਹੈ। ਇੱਕ ਜਾਂਗ ਕੇ ਪਾਰ ਗਿਰਿਓ ਜਬ ਲਗੀ ਚੋਟ ਸੋ ਟੂਟ ਗਈ ਤਬ। ਇੱਕ ਜਾਂਗ ਭਾਵ ਕਿ ਇੱਕ ਲੱਤ ਦੇ ਭਾਰ, ਇਹ ਬੜੀ ਥੋੜੀ ਜੀ ਉਚਾਈ ਤੋਂ ਥੱਲੇ ਡਿੱਗ ਪਿਆ ਹੈ, ਤੇ ਇਹਦੀ ਜਿਹੜੀ ਇੱਕ ਲੱਤ ਹੈ ਉਹ ਟੁੱਟ ਗਈ ਹੈ। ਤਰਾਸ ਕਰਤ ਨ ਬੋਲਿਓ ਉੱਚੇ ਸੁਣ ਕਰਕੇ ਜੋ ਸੰਗ ਪਹੁੰਚੇ। ਅਤੇ ਡਰਦਾ ਹੋਇਆ ਚੀਕਾਂ ਵੀ ਨਹੀਂ ਮਾਰਦਾ। ਕਿਉਂ? ਕਿਉਂਕਿ ਡਰ ਕੇ ਉਤਰ ਰਿਹਾ ਹੈ, ਤੇ ਇਸ ਗੱਲੋਂ ਡਰਦਾ ਹੈ ਕਿ ਜੇ ਮੇਰੇ ਮੂੰਹ ਚੋਂ ਕੋਈ ਆਵਾਜ਼ ਨਿਕਲੀ, ਕੋਈ ਆ ਕੇ ਫੜ ਹੀ ਨਾ ਲਵੇ, ਕੋਈ ਆ ਕੇ ਕਾਬੂ ਕਰਕੇ ਕਿਤੇ ਕੈਦ ਹੀ ਨਾ ਕਰ ਲਵੇ। ਡਰਤਿਓ ਤੁਰਤ ਉਠਾਵਣ ਕਰਿਓ ਗਮਨਿਓ ਸ਼ਿਗਰ ਸ਼ੀਸ਼ ਬਹੁ ਧਰਿਓ। ਤੇ ਇਹਦੇ ਸਾਥੀਆਂ ਨੇ ਹਿੰਮਤ ਕਰਕੇ ਇਹਨੂੰ ਚੁੱਕਿਆ ਹੈ, ਅਤੇ ਛੇਤੀ ਨਾਲ ਆਪਣੇ ਸੀਸ ਭਾਵ ਕੇ ਮੋਢਿਆਂ ਦੇ ਸਹਾਰਾ ਦੇ ਕੇ ਚੁੱਕ ਲਿਆ ਹੈ। ਮੰਜੇ ਪਰ ਉਠਾਏ ਲੈ ਗਏ ਪਿਛਲੇ ਉਤਰ ਮੇਲ ਸਭ ਕੀਏ। ਅਤੇ ਇੱਕ ਮੰਜਾ ਲਿਆਂਦਾ ਹੈ, ਇਹਨੂੰ ਮੰਜੇ ਉੱਤੇ ਲਟਾ ਕੇ, ਜਿਵੇਂ ਮੁਰਦਾ ਲੈ ਕੇ ਜਾਈਦਾ ਹੈ ਨਾ ਚਾਰ ਸਫੇਰਿਓਂ, ਇਹਨੂੰ ਇਸ ਤਰ੍ਹਾਂ ਮੰਜੇ ਉੱਤੇ ਪਾ ਕੇ ਲੈ ਗਏ ਹਨ। ਸ਼੍ਰੀ ਅੰਮ੍ਰਿਤ ਸਰ ਪੰਥ ਪਧਾਰੇ ਮਿਲੇ ਮਝੈਲ ਜਾਤ ਡਰ ਧਾਰੇ। ਅਤੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚਿਆ ਹੈ, ਅਤੇ ਆਪਣੇ ਮਾਝੇ ਦੇ ਲੋਕਾਂ ਦੇ ਨਾਲ ਮਿਲਿਆ ਹੈ। ਉਹ ਤਪੀਰ ਬਹੁਤ ਚਲਤ ਉਠਾਏ ਹਾਏ ਹਾਏ ਬੋਲਤ ਦੁੱਖ ਪਾਏ। ਕਿਉਂ? ਕਿਉਂਕਿ ਇਸ ਦੀ ਲੱਤ ਟੁੱਟ ਚੁੱਕੀ ਹੈ, ਅਤੇ ਦਰਦ ਦੇ ਨਾਲ ਹਾਏ ਹਾਏ ਕਰਦਾ ਪਿਆ ਹੈ। ਇੱਥੇ ਇਸ ਪ੍ਰਸੰਗ ਦੀ ਸੰਪੂਰਨਤਾ ਹੈ। ਕੱਲ ਅਗਲੇ ਪ੍ਰਸੰਗ ਦੇ ਵਿੱਚ ਇਸ ਦੀ ਮੌਤ ਦਾ ਜ਼ਿਕਰ ਹੈ ਕਿ ਇਹ ਕਿਵੇਂ ਆਪਣੇ ਨਗਰ ਦੇ ਵਿੱਚ ਜਾ ਕੇ ਮਰ ਜਾਂਦਾ ਹੈ। ਕਿਉਂ? ਕਿਉਂਕਿ ਜਿਨ੍ਹਾਂ ਸਤਿਗੁਰੂ ਨੂੰ ਪਿੱਠ ਦਿਖਾਤੀ, ਉਹਦੀ ਆਤਮਿਕ ਮੌਤ ਤੇ ਉਦੋਂ ਹੀ ਸਮਝੋ ਹੋ ਗਈ। ਹੁਣ ਸਿਰਫ ਸਰੀਰ ਬਾਕੀ ਹੈ, ਉਹ ਕੱਲ ਰਾਤਰੀ ਦੇ ਦੀਵਾਨ ਦੇ ਵਿੱਚ ਆਪਾਂ ਸਰਵਣ ਕਰਾਂਗੇ। ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਸਤਿਗੁਰੂ ਆਪ ਬਖਸ਼ਣ ਯੋਗ ਹਨ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਸੋ ਬਖਸ਼ ਦੇਣੀਆਂ ਜੀ। ਗੁਰ ਇਤਿਹਾਸ ਦੇ ਸਤਿਕਾਰ ਵਜੋਂ ਸਮੂਹ ਸੰਗਤਾਂ ਵੱਲੋਂ ਬੇਅੰਤ ਮਾਇਆ ਭੇਟ ਹਾਜ਼ਰ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਸਭ ਨੂੰ ਚੜ੍ਹਦੀ ਕਲਾ, ਤੰਦਰੁਸਤੀਆਂ, ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ।